ਸਵਾਗਤ ਤੁਹਾਡਾ ਸਾਡੇ ਚੈਨਲ ਹਮ ਚਾਕਰ ਗੋਬਿੰਦ ਕੇ ਦੇ ਵਿੱਚ। ਇੱਥੇ ਤੁਹਾਨੂੰ ਸਾਖੀਆਂ, ਗੁਰਬਾਣੀ ਵਿਚਾਰ ਤੇ ਹੋਰ ਗੁਰਬਾਣੀ ਨਾਲ ਜੋੜਨ ਵਾਲੇ ਇਤਿਹਾਸ ਪ੍ਰਾਪਤ ਹੋਣਗੇ। ਸਾਡੇ ਚੈਨਲ ਦੇ ਨਾਲ ਬਣੇ ਰਹੋ। ਅੱਜ ਦਾ ਟੌਪਿਕ ਅਸੀਂ ਲੈ ਕੇ ਆਏ ਹਾਂ ਭਾਈ ਮਰਦਾਨਾ ਜੀ ਦਾ। ਤੇ ਭਾਈ ਮਰਦਾਨਾ ਜੀ ਨੂੰ ਸਿੱਖਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਦਿੱਤੀ ਸੀ, ਉਸ ਉੱਤੇ ਵਿਚਾਰ ਕਰਾਂਗੇ। ਜਦੋਂ ਭਾਈ ਮਰਦਾਨਾ ਜੀ ਹਰਿਦੁਆਰ ਦੀ ਯਾਤਰਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜਾ ਰਹੇ ਸਨ, ਇਹ ਉਸ ਵੇਲੇ ਦੀ ਗੱਲ ਹੈ। ਸਭ ਤੋਂ ਪਹਿਲਾਂ ਵਿਚਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੇ ਵੀ ਲਾਲਚ ਵਿੱਚ ਨਹੀਂ ਪੈਣਾ ਚਾਹੀਦਾ। ਸਿਆਣੇ ਕਹਿੰਦੇ ਨੇ ਜਿੰਨੀ ਚਾਦਰ ਹੋਵੇ ਉਨੇ ਹੀ ਪੈਰ ਪਸਾਰਨੇ ਚਾਹੀਦੇ ਨੇ। ਆਪਣੇ ਜੀਵਨ ਨੂੰ ਸੰਤੁਸ਼ਟਤਾ ਵਿੱਚ ਲਿਆਉਣਾ ਚਾਹੀਦਾ ਹੈ, ਸੰਤੁਸ਼ਟ ਰਹਿਣਾ ਚਾਹੀਦਾ ਹੈ। ਜੇਕਰ ਮਨ ਸੰਤੁਸ਼ਟ ਨਹੀਂ ਹੈ ਤਾਂ ਇਹੀ ਭਾਵਨਾ ਬਣੀ ਰਹੇਗੀ ਕਿ ਹੋਰ ਮਿਲ ਜਾਵੇ, ਕਿਉਂਕਿ ਸਾਡਾ ਜਿਹੜਾ ਮਨ ਹੈ, ਤੇ ਜਦੋਂ ਅਸੀਂ ਲਾਲਚ ਵਿੱਚ ਫਸ ਜਾਂਦੇ ਹਾਂ ਤਾਂ ਦੁਨਿਆਵੀ ਸੁੱਖ ਸਾਨੂੰ ਪ੍ਰਾਪਤ ਨਹੀਂ ਹੁੰਦੇ। ਇੱਕ ਵਾਰ ਯਾਤਰਾ ਦੌਰਾਨ ਭਾਈ ਮਰਦਾਨਾ ਜੀ ਨੂੰ ਭੁੱਖ ਤੇ ਪਿਆਸ ਸਤਾਉਣ ਲੱਗੀ। ਉਹਨਾਂ ਨੇ ਗੁਰੂ ਪਾਸ ਬੇਨਤੀ ਕੀਤੀ ਕਿ ਮੈਨੂੰ ਕਿਸੇ ਨਿਕਟ ਵਾਲੇ ਪਿੰਡ ਵਿੱਚੋਂ ਭੋਜਨ ਕਰਵਾ ਦਿਓ ਜਾਂ ਭੋਜਨ ਕਰਨ ਦੀ ਆਗਿਆ ਦਿਓ। ਉਸ ਵੇਲੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ, ਅਸੀਂ ਆਪਣੇ ਖੇਤਰ ਤੋਂ ਜ਼ਿਆਦਾ ਦੂਰ ਨਹੀਂ ਆਏ, ਇਸ ਲਈ ਸਾਰੇ ਲੋਕ ਸਾਨੂੰ ਜਾਣਦੇ ਹਨ। ਤੁਸੀਂ ਨਾਲ ਵਾਲੇ ਪਿੰਡ ਵਿੱਚ ਜਾ ਕੇ ਕਹੋ ਕਿ ਮੈਂ ਨਾਨਕ ਜੀ ਦਾ ਚੇਲਾ ਹਾਂ ਤੇ ਉਹ ਮੇਰੇ ਨਾਲ ਹਨ ਤੇ ਅਸੀਂ ਹਰਿਦੁਆਰ ਦੀ ਯਾਤਰਾ ਜਾ ਰਹੇ ਹਾਂ। ਸਾਨੂੰ ਭੋਜਨ ਚਾਹੀਦਾ ਹੈ। ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਦੀ ਆਗਿਆ ਮੰਨ ਕੇ ਪਿੰਡ ਵਿੱਚ ਪਹੁੰਚੇ ਅਤੇ ਲੋਕਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਉਸ ਨੂੰ ਭੋਜਨ ਕਰਾ ਦਿਓ। ਉਹ ਗੁਰੂ ਨਾਨਕ ਦੇਵ ਜੀ ਦਾ ਚੇਲਾ ਹੈ। ਬਸ ਫਿਰ ਇਹ ਗੱਲ ਸੁਣ ਕੇ ਸਾਰੇ ਪਿੰਡ ਵਾਲਿਆਂ ਨੇ ਮਰਦਾਨਾ ਜੀ ਦਾ ਬਹੁਤ ਆਦਰ ਤੇ ਸਤਿਕਾਰ ਕੀਤਾ। ਬਹੁਤ ਸਾਰੇ ਵਡਮੁੱਲੇ ਉਪਹਾਰ ਭੇਟ ਵਿੱਚ ਦਿੱਤੇ ਤੇ ਉਸ ਸਾਰੇ ਉਪਹਾਰਾਂ, ਵਸਤੂਆਂ ਤੇ ਬਸਤਰ ਇਕੱਠੇ ਕਰਕੇ ਮਰਦਾਨਾ ਇੱਕ ਭਾਰੀ ਬੋਝ ਨੂੰ ਚੁੱਕ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਪਹੁੰਚੇ ਤੇ ਮਰਦਾਨਾ ਜੀ ਕਹਿਣ ਲੱਗੇ, ਤੁਹਾਡੇ ਆਦੇਸ਼ ਅਨੁਸਾਰ ਜਦੋਂ ਮੈਂ ਇੱਕ ਪਿੰਡ ਵਿੱਚ ਪਹੁੰਚਿਆ ਤਾਂ ਤੁਹਾਡਾ ਨਾਮ ਸੁਣ ਕੇ ਲੋਕਾਂ ਨੇ ਬਹੁਤ ਖੁਸ਼ੀ ਪ੍ਰਗਟਾਈ, ਬਹੁਤ ਖੁਸ਼ ਹੋਏ, ਮੇਰਾ ਬਹੁਤ ਆਦਰ ਸਤਿਕਾਰ ਕੀਤਾ ਅਤੇ ਆਪ ਜੀ ਦੇ ਲਈ ਕੁਝ ਵਸਤੂਆਂ ਭੇਜੀਆਂ ਹਨ ਤੇ ਕਿਹਾ ਹੈ ਇਹ ਸਾਰੇ ਉਪਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭੇਟ ਕੀਤੇ ਜਾਣ। ਮਰਦਾਨਾ ਜੀ ਘੱਟ ਬੁੱਧੀ ਹੋਣ ਕਰਕੇ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਗੱਲ ਸੁਣ ਕੇ ਹੱਸ ਪਏ ਅਤੇ ਕਹਿਣ ਲੱਗੇ, ਮਰਦਾਨਾ ਜੀ, ਇਹਨਾਂ ਵਸਤੂਆਂ ਦਾ ਅਸੀਂ ਕੀ ਕਰਨਾ? ਇਹ ਇੱਕ ਬੋਝ ਹੈ ਬਸ। ਜੇਕਰ ਸਾਡਾ ਮੋਹ ਇਹਨਾਂ ਵਸਤੂਆਂ ਨਾਲ ਹੀ ਹੁੰਦਾ, ਅਸੀਂ ਮੋਦੀਖਾਨੇ ਦਾ ਤਿਆਗ ਕਿਉਂ ਕਰਦੇ ਕਿ ਉੱਥੇ ਸਾਨੂੰ ਵਸਤੂਆਂ ਦੀ ਕਮੀ ਸੀ? ਮਰਦਾਨਾ ਜੀ ਕਹਿਣ ਲੱਗੇ, ਤੁਸੀਂ ਠੀਕ ਕਹਿੰਦੇ ਹੋ, ਮੈਂ ਅਲਪ ਗਿਆ ਹਾਂ, ਮੈਨੂੰ ਮਾਫ਼ ਕਰ ਦਿਓ, ਪਰ ਇਹਨਾਂ ਵਸਤੂਆਂ ਦਾ ਕੀ ਕਰਾਂ? ਹੁਣ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਇਹਨਾਂ ਵਸਤੂਆਂ ਨੂੰ ਇੱਥੇ ਹੀ ਤਿਆਗ ਦਿਓ। ਮਰਦਾਨਾ ਜੀ ਕਹਿਣ ਲੱਗੇ, ਠੀਕ ਹੈ ਮਹਾਰਾਜ, ਇਹ ਸਾਹਸ ਮੇਰੇ ਵਿੱਚ ਨਹੀਂ ਹੈ,
ਇਹ ਅਣਮੁੱਲੀਆਂ ਵਸਤੂਆਂ ਇੱਥੇ ਸੁੱਟ ਕੇ ਕਿਵੇਂ ਚਲਾ ਜਾਵਾਂ। ਗੁਰੂ ਜੀ ਕਹਿਣ ਲੱਗੇ, ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ, ਜਿਵੇਂ ਤੁਹਾਨੂੰ ਠੀਕ ਲੱਗਦਾ ਕਰੋ, ਪਰ ਸਾਨੂੰ ਆਪਣੀ ਮੰਜ਼ਿਲ ਵੱਲ ਅੱਗੇ ਵਧਣਾ ਹੈ। ਮਰਦਾਨਾ ਜੀ ਕਹਿਣ ਲੱਗੇ, ਠੀਕ ਹੈ, ਮੈਂ ਇਹਨਾਂ ਤੋਹਫਿਆਂ ਦੇ ਬੋਝ ਨੂੰ ਚੁੱਕ ਕੇ ਚੱਲਦਾ ਹਾਂ। ਹੁਣ ਮਰਦਾਨਾ ਜੀ ਗੁਰਦੇਵ ਜੀ ਦੇ ਪਿੱਛੇ ਪਿੱਛੇ ਚੱਲ ਪਏ। ਜ਼ਿਆਦਾ ਦੇਰ ਤੱਕ ਮਰਦਾਨਾ ਜੀ ਚੱਲ ਨਹੀਂ ਸਕੇ, ਜਲਦੀ ਹੀ ਥੱਕ ਗਏ, ਜਿਸ ਕਾਰਨ ਗੁਰੂ ਜੀ ਨੂੰ ਰੁਕਣ ਲਈ ਆਵਾਜ਼ ਮਾਰਨ ਲੱਗੇ। ਉਦੋਂ ਗੁਰੂ ਨਾਨਕ ਦੇਵ ਜੀ ਰੁਕੇ ਤੇ ਮਰਦਾਨਾ ਜੀ ਨੂੰ ਕਹਿਣ ਲੱਗੇ, ਹੁਣੇ ਵੀ ਸਮਾਂ ਹੈ, ਮਾਇਆ ਮੋਹ ਤਿਆਗੋ, ਇਸ ਨੂੰ ਇੱਥੇ ਸੁੱਟੋ। ਉਨੀਆਂ ਕੁ ਵਸਤੂਆਂ ਵੰਡ ਦਿੱਤੀਆਂ, ਬਾਕੀ ਸਾਰੀਆਂ ਵਸਤੂਆਂ ਜਿੰਨੀਆਂ ਵੀ ਸਨ ਫਿਰ ਆਪਣੇ ਨਾਲ ਬਚਾ ਕੇ ਫਿਰ ਤੁਰ ਪਏ ਤੇ ਕਹਿਣ ਲੱਗੇ ਕਿ ਗੁਰੂ ਜੀ, ਇਹ ਹੁਣ ਬੋਝ ਕੁਛ ਘੱਟ ਹੈ ਤੇ ਚਲੋ ਆਪਾਂ ਚੱਲਦੇ ਹਾਂ। ਥੋੜਾ ਸਮਾਂ ਚੱਲੇ। ਥੋੜੀ ਕੁ ਦੂਰ ਜਾਣ ਤੋਂ ਬਾਅਦ ਫਿਰ ਉਹੀ ਹਾਲਤ ਹੋ ਗਈ ਮਰਦਾਨਾ ਜੀ ਦੀ, ਜੋ ਪਹਿਲਾਂ ਬੋਝ ਚੱਕ ਕੇ ਹੋਈ ਸੀ, ਜਿਸ ਨੂੰ ਦੇਖ ਕੇ ਗੁਰੂ ਜੀ ਨੇ ਫਿਰ ਕਿਹਾ, ਮਰਦਾਨਾ ਜੀ, ਇਹ ਬੋਝ ਮਾਇਆ ਦਾ ਜਾਲ ਹੈ, ਜਿੰਨਾ ਚਿਰ ਤਿਆਗੋਗੇ ਨਹੀਂ, ਇਹ ਬੋਝ ਇਸੇ ਤਰ੍ਹਾਂ ਪਰੇਸ਼ਾਨ ਕਰਦਾ ਰਹੇਗਾ ਤੇ ਇਹਨੂੰ ਇਸੇ ਹੀ ਅਵਸਥਾ ਦੇ ਵਿੱਚ ਤਿਆਗ ਦਿਓ। ਕਠਿਨਾਈਆਂ ਦਾ ਭਾਰ ਤੁਹਾਡੇ ਸਿਰ ਦੇ ਉੱਪਰ ਹੀ ਰਹੇਗਾ ਅਤੇ ਤੁਸੀਂ ਤੰਗ ਅਤੇ ਪਰੇਸ਼ਾਨ ਹੁੰਦੇ ਰਹੋਗੇ। ਅੰਤ ਤਿਆਗ ਵਿੱਚ ਸੁੱਖ ਹੈ। ਫਿਰ ਮਰਦਾਨਾ ਜੀ ਨੇ ਹੁਕਮ ਮੰਨ ਹੀ ਲਿਆ ਤੇ ਸਾਰੀਆਂ ਵਸਤੂਆਂ ਜੋ ਬਚੀਆਂ ਸਨ ਜ਼ਰੂਰਤਮੰਦਾਂ ਨੂੰ ਦੇ ਕੇ ਖਾਲੀ ਹੱਥਾਂ ਵਿੱਚ ਰਬਾਬ ਫੜ ਕੇ ਸਤਿਗੁਰਾਂ ਜੀ ਦੇ ਪਿੱਛੇ ਪਿੱਛੇ ਚੱਲ ਪਏ। ਹੁਣ ਉਹਨਾਂ ਅੱਗੇ ਕੋਈ ਵੀ ਬੋਝ ਦਾ ਭਾਰ ਨਹੀਂ ਸੀ। ਥਕਾਨ ਦੀ ਸਮੱਸਿਆ ਦੂਰ ਹੋ ਗਈ। ਹੁਣ ਸਧਾਰਨ ਤੇ ਵਧੀਆ ਰਫ਼ਤਾਰ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਪਿੱਛੇ ਪਿੱਛੇ ਚੱਲ ਪਏ ਤੇ ਗੁਰੂ ਨਾਨਕ ਦੇਵ ਜੀ ਚੱਲਦੇ ਚੱਲਦੇ ਸਮਝਾਉਂਦੇ ਨੇ, ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਮਰਦਾਨੇ, ਵਾਸਤਵ ਵਿੱਚ ਇਹ ਸੰਸਾਰ ਇਸ ਮਾਇਆ ਦਾ ਬੋਝ ਆਪਣੇ ਸਿਰਾਂ ਉੱਤੇ ਬਿਨਾਂ ਕਿਸੇ ਕਾਰਨ ਤੋਂ ਚੁੱਕੀ ਫਿਰਦੇ ਹਨ ਤੇ ਪੈਰ ਪੈਰ ਉੱਤੇ ਉਹਨਾਂ ਨੂੰ ਥਕਾਨ ਦਾ ਸਾਹਮਣਾ ਕਰਨਾ ਪੈਂਦਾ, ਪਰ ਉਹ ਮੋਹ ਦੇ ਵਸ ਵਿੱਚ ਹੋ ਕੇ ਮਾਇਆ ਜਾਲ ਦਾ ਤਿਆਗ ਨਹੀਂ ਕਰਦੇ। ਵਾਸਤਵ ਵਿੱਚ ਖੁਸ਼ੀ ਮਾਇਆ ਮੋਹ ਦਾ ਜਾਲ ਤੋੜ ਕੇ ਮਿਲਦੀ ਹੈ। ਮਰਦਾਨਾ ਜੀ ਆਖਣ ਲੱਗੇ, ਤੁਸੀਂ ਠੀਕ ਕਹਿ ਰਹੇ ਹੋ, ਤੁਸੀਂ ਕਿਰਪਾ ਕਰੋਗੇ ਤਾਂ ਮੈਂ ਸਭ ਕੁਝ ਸਮਝ ਜਾਵਾਂਗਾ, ਪਰ ਇਹ ਦੱਸਣ ਦੀ ਕਿਰਪਾ ਕਰੋ ਕਿ ਬਿਨਾਂ ਮਾਇਆ ਦੇ ਗੁਜ਼ਾਰਾ ਕਿਵੇਂ ਸੰਭਵ ਹੈ। ਤੇ ਗੁਰੂ ਨਾਨਕ ਦੇਵ ਜੀ ਅੱਗੋਂ ਕਹਿਣ ਲੱਗੇ, ਤੁਸੀਂ ਗੱਲ ਠੀਕ ਕਰਦੇ ਹੋ, ਪਰ ਤੁਸੀਂ ਗੱਲ ਨੂੰ ਮੇਰੀ ਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ। ਮੇਰੇ ਕਹਿਣ ਦਾ ਮਤਲਬ ਇਹ ਹੈ, ਵਿਅਕਤੀ ਆਪਣੀ ਲੋੜ ਅਨੁਸਾਰ ਮਾਇਆ ਦੀ ਵਰਤੋਂ ਕਰੇ ਤੇ ਮਾਇਆ ਦਾ ਸੰਗ੍ਰਹਿ ਨਹੀਂ ਕਰਨਾ ਚਾਹੀਦਾ, ਉਸ ਦਾ ਗੁਲਾਮ ਨਹੀਂ ਬਣਨਾ ਚਾਹੀਦਾ। ਜਿਵੇਂ ਤੁਸੀਂ ਬੇਲੋੜੀਆਂ ਵਸਤੂਆਂ ਸਿਰ ਉੱਤੇ ਚੁੱਕ ਲਈਆਂ ਸਨ, ਜਦੋਂ ਕਿ ਤੁਸੀਂ ਲੋੜ ਅਨੁਸਾਰ ਨਵੇਂ ਵਸਤਰ ਧਾਰਨ ਕਰ ਲਏ ਸਨ। ਤੁਹਾਨੂੰ ਭੁੱਖ ਲੱਗੀ ਸੀ, ਤੁਸੀਂ ਪ੍ਰਸ਼ਾਦਾ ਛਕ ਲਿਆ ਸੀ, ਤੁਹਾਡੀ ਤ੍ਰਿਪਤੀ ਹੋ ਗਈ, ਬਾਕੀ ਸਾਰੀਆਂ ਵਸਤੂਆਂ ਦਾ ਤੁਹਾਨੂੰ ਤਿਆਗ ਕਰਨਾ ਚਾਹੀਦਾ ਸੀ। ਨਵੇਂ ਵਸਤਰ ਧਾਰਨ ਕਰਨ ਬਾਅਦ ਤੁਸੀਂ ਆਪਣੀ ਲੋੜ ਨੂੰ ਪੂਰਾ ਕੀਤਾ, ਪਰ ਇਹ ਜਿਹੜਾ ਬੋਝ ਹੈ, ਲਾਲਚ ਤੇ ਤ੍ਰਿਸ਼ਨਾ, ਜੋ ਤੁਹਾਨੂੰ ਦੁਖੀ ਕਰ ਰਿਹਾ ਸੀ ਬਾਰ-ਬਾਰ। ਮਰਦਾਨਾ ਜੀ ਕਹਿਣ ਲੱਗੇ, ਗੁਰੂ ਜੀ, ਮੈਂ ਹੁਣ ਜੀਵਨ ਦੇ ਰਹੱਸ ਤੁਹਾਡੀ ਕਿਰਪਾ ਨਾਲ ਸਮਝ ਰਿਹਾ ਹਾਂ। ਤੁਸੀਂ ਇਸੇ ਤਰ੍ਹਾਂ ਸਮੇਂ-ਸਮੇਂ ਸਿਰ ਮੇਰਾ ਮਾਰਗ ਦਰਸ਼ਨ ਕਰਦੇ ਰਹੋ। ਗੁਰੂ ਜੀ ਕਹਿੰਦੇ, ਉਹ ਸਾਰੀਆਂ ਵਸਤੂਆਂ ਮਾਇਆ ਹੀ ਹਨ, ਜਿਨ੍ਹਾਂ ਨੂੰ ਪਾਉਣ ਦੀ ਲਾਲਸਾ ਸਾਡੇ ਮਨ ਵਿੱਚ ਪੈਦਾ ਹੋਵੇ। ਇਹ ਮਾਇਆ ਦਾ ਜਾਲ ਬਹੁਤ ਫੈਲਿਆ ਹੋਇਆ ਹੈ। ਜਿਵੇਂ ਅਸੀਂ ਦਾਤਾਂ ਮੰਗਦੇ ਹਾਂ, ਪਤੀ ਦੀ ਦਾਤ, ਬੱਚੇ ਦੀ ਦਾਤ, ਮਕਾਨ ਦੀ ਦਾਤ,
ਮਹਿਲ ਮੁਨਾਰਿਆਂ ਦੀ ਦਾਤ ਅਸੀਂ ਮੰਗਦੇ ਹਾਂ, ਇਹ ਸਭ ਮਾਇਆ ਹੈ। ਇਹ ਸਭ ਸਮੱਗਰੀਆਂ ਮਾਇਆ ਦਾ ਹੀ ਰੂਪ ਹਨ। ਇਹ ਅਨੇਕਾਂ ਰੂਪ ਵਿੱਚ ਸੰਸਾਰ ਵਿੱਚ ਵਿਚਰਦੀਆਂ ਨੇ, ਜਿਸ ਨੂੰ ਸਭ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹਨ। ਜੇਕਰ ਇਸ ਦੀ ਵਰਤੋਂ ਲੋੜ ਅਨੁਸਾਰ ਕਰੇ, ਸੰਤੋਖ ਰੱਖੇ, ਤਾਂ ਇਹ ਉਸ ਦੀ ਦਾਸੀ ਬਣ ਕੇ ਉਸ ਦੀ ਸੇਵਾ ਕਰਦੀ ਹੈ। ਜੇਕਰ ਬਿਨਾਂ ਲੋੜ ਦੇ ਲਾਲਚ ਦੀ ਕਾਮਨਾ ਕਰਦੇ ਹੋਏ ਇਸ ਨੂੰ ਇਕੱਠੀ ਕਰਨ ਵੱਲ ਭੱਜਦੇ ਰਹੀਏ, ਤਾਂ ਫਿਰ ਇਹ ਉਸ ਨੂੰ ਦੁਖੀ ਕਰਦੀ ਹੈ ਤੇ ਫਿਰ ਉਸ ਦਾ ਸਾਰਾ ਹੀ ਜੀਵਨ ਕਸ਼ਟਮਈ ਬਤੀਤ ਹੁੰਦਾ ਹੈ, ਕਿਉਂਕਿ ਤ੍ਰਿਸ਼ਨਾ ਦੀ ਕੋਈ ਸੀਮਾ ਨਹੀਂ ਹੈ। ਇਹ ਤ੍ਰਿਸ਼ਨਾ ਠੀਕ ਉਸ ਪ੍ਰਕਾਰ ਕੰਮ ਕਰਦੀ ਹੈ ਜਿਵੇਂ ਅੱਗ ਬਾਲਣ ਨੂੰ ਜਲਾਉਂਦੀ ਹੈ। ਅੱਗ ਨੂੰ ਬਾਲਣ ਦੇ ਉੱਤੇ ਲਾ ਦਿੱਤਾ ਜਾਵੇ ਤੇ ਜੇ ਇਸ ਨੂੰ ਬੁਝਾਉਣ ਵਾਸਤੇ ਅਸੀਂ ਕਹੀਏ ਕਿ ਬਾਲਣ ਹੋਰ ਉੱਤੇ ਪਾ ਕੇ ਇਹਨੂੰ ਬੁਝਾਇਆ ਜਾਵੇ, ਉਹ ਸਗੋਂ ਹੋਰ ਜ਼ਿਆਦਾ ਮੱਚਦੀ ਹੈ। ਉਸੇ ਪ੍ਰਕਾਰ ਤ੍ਰਿਸ਼ਨਾ ਅੱਗ ਵਾਂਗ ਮੱਚਦੀ ਰਹਿੰਦੀ ਹੈ। ਇਹ ਵੱਧਦੀ ਹੈ, ਸ਼ਾਂਤ ਨਹੀਂ ਹੁੰਦੀ। ਭਾਵੇਂ ਸਾਰੇ ਸੰਸਾਰ ਦੀ ਸਮੱਗਰੀ ਇਕੱਠੀ ਕਰ ਲਈ ਜਾਵੇ, ਲਾਲਚ ਦੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ। ਅੰਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇਹੀ ਸਮਝਾਉਣਾ ਕੀਤਾ ਹੈ ਕਿ ਲੋੜ ਅਨੁਸਾਰ ਵਸਤੂਆਂ ਦਾ ਸੰਗ੍ਰਹਿ ਕਰਨਾ ਚਾਹੀਦਾ ਹੈ। ਜਿੰਨੀ ਲੋੜ ਹੈ ਉਨੀ ਵਸਤੂ ਸਾਨੂੰ ਲੋੜ ਅਨੁਸਾਰ ਵਰਤਣੀ ਚਾਹੀਦੀ ਹੈ। ਜ਼ਿਆਦਾ ਲਾਲਚ, ਮੋਹ ਨਹੀਂ ਕਰਨਾ ਚਾਹੀਦਾ। ਜ਼ਿਆਦਾ ਇਕੱਤਰ ਕਰਨ ਦੇ ਚੱਕਰ 'ਚ ਨਹੀਂ ਪੈਣਾ ਚਾਹੀਦਾ। ਸਾਨੂੰ ਬਹੁਤ ਸਾਰੇ ਕਸ਼ਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸੀ ਮਰਦਾਨਾ ਜੀ ਦੇ ਬਾਰੇ ਸਾਖੀ, ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਦੁਨਿਆਵੀ ਜੀਵਾਂ ਨੂੰ ਮਰਦਾਨਾ ਜੀ ਦੇ ਰਾਹੀਂ ਸਾਨੂੰ ਸਮਝਾਉਣਾ ਕੀਤਾ। ਉਮੀਦ ਕਰਦੇ ਹਾਂ ਮਰਦਾਨਾ ਜੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਸਾਖੀ, ਜੋ ਕਿ ਮਰਦਾਨਾ ਜੀ ਨੂੰ ਸਿੱਖਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸੋਂ ਪ੍ਰਾਪਤ ਹੋਈ ਹੈ। ਸਾਡੇ ਚੈਨਲ ਦੇ ਨਾਲ ਜੁੜੇ ਰਹੋ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਨੂੰ ਪ੍ਰੈਸ ਕਰਕੇ ਆਲ ਕਰ ਦਿਓ, ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ ਤੁਹਾਡਾ ਸਾਨੂੰ ਟਾਈਮ ਦੇਣ ਵਾਸਤੇ, ਸਾਡੀ ਵੀਡੀਓ ਨੂੰ ਦੇਖਣ ਵਾਸਤੇ। ਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।